को अर्थ अब दीजै हमें सुनाए। ਕਹਿਣ ਲੱਗੇ ਮਹਾਰਾਜ ਇਹ ਸ਼ਬਦ ਦੇ ਕਿਰਪਾ ਕਰਕੇ ਅਰਥ ਸਾਨੂੰ ਸੁਣਾਓ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਆਪ ਜੀ ਨੇ ਕਹਿ ਦਿੱਤਾ ਸਹੰਸਰ ਦਾਨ ਦੇ ਅੰਦਰ ਰੋਇਆ, ਪਰ ਇੰਦਰ ਰੋਇਆ ਕਿਉਂ? ਉਹਨੂੰ ਇਹ ਦਾਨ ਮਿਲਿਆ ਕਿਵੇਂ? ਸਹੰਸਰ ਹਜ਼ਾਰਾਂ ਭਗਾਂ ਉਹਦੇ ਤਨ ਤੇ ਕਿਵੇਂ ਹੋਈਆਂ? ਪਰਸ਼ੁਰਾਮ ਜੀ ਦੇ ਪਿਤਾ ਨੂੰ ਕਿਉਂ ਮਾਰਿਆ ਸਹੰਸਰ ਬਾਹੂ ਨੇ? ਪਰਸ਼ੁਰਾਮ ਰੋਵੈ ਘਰ ਆਇਆ। ਮਹਾਰਾਜ ਜੀ ਕਿਰਪਾ ਕਰਕੇ ਇਸ ਸ਼ਬਦ ਦਾ ਵਿਸਥਾਰ ਕਰਕੇ ਇਸ ਪੰਕਤੀ ਦੇ ਇੱਕ ਇੱਕ ਪੰਕਤੀ ਵਿੱਚ ਜਿਹੜੀ ਇੱਕ ਇੱਕ ਵਿਥਿਆ ਹੈ ਉਹ ਆਪ ਜੀ ਕਿਰਪਾ ਕਰਕੇ ਸਾਨੂੰ ਸਰਵਣ ਕਰਾਓ। ਸ਼ਬਦ ਦੀ ਵਿਆਖਿਆ ਸਾਨੂੰ ਸਰਵਣ ਕਰਾਓ। ਚੌਪਈ ਸ਼੍ਰੀ ਨਾਨਕ ਤਬ ਅਰਥ ਬਖਾਨੇ। ਸੁਣ ਕੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਨਾ ਪੰਕਤੀਆਂ ਦੇ ਅਰਥ ਕਹੇ। ਸੁਣੋ ਜੀ। ਸਰਬ ਬਿਰਤੰਤ ਵਧਾਈ ਮਹਾਨੇ। ਮਹਾਰਾਜ ਜੀ ਨੇ ਸਾਰਾ ਬਿਰਤੰਤ ਜਿਹੜਾ ਉੱਪਰ ਦੱਸਿਆ ਹੈ ਉਹਦਾ ਵਿਸਥਾਰ ਕਰਕੇ ਦੱਸਿਆ ਹੈ। ਸਤ ਅਸਮੇਧ ਕਰਤ ਹੈ ਜੋ। ਮਹਾਰਾਜ ਜੀ ਕਹਿੰਦੇ ਇੰਦਰ ਦੀ ਪਦਵੀ ਵੀ ਪ੍ਰਾਪਤ ਹੁੰਦੀ ਹੈ। ਇੰਦਰ ਜਿਹਨੇ ਸੈਂਕੜੇ ਯੱਗ ਅਸਵਮੇਧ ਯੱਗ ਕੀਤੇ ਸੰਸਾਰ ਦੇ ਵਿੱਚ, ਹੋਤ ਸੁਰਗ ਮੈਂ ਅਧਿਪਤ ਸੋ। ਉਹਨੂੰ ਸਵਰਗ ਦੇ ਵਿੱਚ ਅਧਿਪਤੀ ਯਾਨੀ ਕਿ ਇੰਦਰ ਦੀ ਪਦਵੀ ਪ੍ਰਾਪਤ ਹੋਈ। ਸੱਚੀ ਹੋਤ ਹੈ ਮਹਿਲਾ ਤਾਂ ਕੀ। ਔਰ ਇੱਕ ਸਚੀ ਨਾਮ ਦੀ ਅਪੱਛਰਾ ਹੈ, ਬਹੁਤ ਸੁੰਦਰ ਸਰੂਪ। ਉਹ ਰਾਜੇ ਇੰਦਰ ਦੀ ਪਤਨੀ ਹੈ। ਰਤਨ ਪਟੰਤਰ ਪੂਜੈ ਜਾਂ ਕੀ। ਔਰ ਕਹਿੰਦੇ ਇਤਨੀ ਸੁੰਦਰ ਹੈ ਕਿ ਕਾਮਦੇਵ ਦੀ ਜਿਹੜੀ ਪਤਨੀ ਰਤੀ ਹੈ ਉਹ ਵੀ ਉਸ ਸੱਚੀ ਦੇ ਬਰਾਬਰ ਨਹੀਂ ਹੈ। ਚੰਦ ਬਦਨ ਅਰਬਿੰਦ ਬਿਲੋਚਨ। ਚੰਦਰਮਾ ਜੈਸਾ ਮੁਖੜਾ ਤੇ ਕਮਲ ਜੈਸੇ ਸੁੰਦਰ ਨੇਤਰ ਹਨ। ਚਿਤਵਨ ਬਾਨ ਕਾਮ ਮਦ ਮੋਚਨ। ਔਰ ਚਿਤਵਨੀ ਦੇ ਨਾਲ ਹੀ ਜੀਵਾਂ ਦੇ ਹਿਰਦਿਆਂ ਵਿੱਚ ਮਨਮਥ ਪੈਦਾ ਕਰ ਦੇਵੇ। ਅਪਰ ਅਪਸਰਾ ਸੁੰਦਰ ਸਾਰੀ। ਜਿੱਥੇ ਸਚੀ ਨਾਮ ਦੀ ਅਪੱਛਰਾ ਇੰਦਰ ਦੇ ਪਾਸ ਹੈ ਉਹਦੇ ਤੋਂ ਇਲਾਵਾ ਹੋਰ ਵੀ ਕਿਤਨੀਆਂ ਅਪੱਛਰਾਵਾਂ ਨੇ ਜਿਨ੍ਹਾਂ ਪਛਰਾਵਾਂ ਸਹਿਤ ਰਾਜਾ ਇੰਦਰ ਸਵਰਗ ਦੇ ਵਿੱਚ ਰਾਜ ਭੋਗਦਾ ਹੈ। ਸਰਬ ਰਹੇ ਆਇਸ ਅਨੁਸਾਰੀ। ਔਰ ਪੁਰਾਣਕ ਮਤ ਦੇ ਅਨੁਸਾਰ ਜਿਹੜੀ ਇੰਦਰ ਦੀ ਪਦਵੀ ਹੈ ਉਹਦੇ ਤੇ ਪਹੁੰਚ ਕੇ ਜਿਹੜਾ ਇੰਦਰ ਦੀ ਪਦਵੀ ਤੇ ਬੈਠਦਾ ਹੈ, ਜਿਤਨੇ 33 ਕਰੋੜ ਦੇਵਤੇ ਹਨ ਉਹਨਾਂ ਦਾ ਉਹਨੂੰ ਰਾਜਾ ਹੋਣ ਦਾ ਖਿਤਾਬ ਪ੍ਰਾਪਤ ਹੁੰਦਾ ਹੈ। ਔਰ ਜਿਤਨੀਆਂ ਪਛਰਾਵਾਂ ਸਵਰਗ ਦੇਵ ਦੇ ਵਿੱਚ ਜਿੰਨੇ ਦੇਵ ਕਹੇ ਜਾਂਦੇ ਨੇ ਉਹ ਸਾਰੇ ਰਾਜੇ ਇੰਦਰ ਦੀ ਆਗਿਆ ਵਿੱਚ ਚੱਲਦੇ ਹਨ। ਤਿੰਨ ਇੱਕ ਸਮੇਂ ਭਿਖੀ ਰਿਖ ਨਾਰੀ। ਪਰ ਵੇਖੋ ਏਡੀ ਉੱਚੀ ਪਦਵੀ ਤੇ ਬੈਠਾ ਇੰਦਰ ਵੀ ਕੈਸਾ ਕਰੂਰ ਕਰਮੀ ਨਿਕਲਿਆ। ਉਸ ਕਰੂਰ ਕਰਮੀ ਨੇ ਕੀ ਕਰੂਰ ਕਰਮ ਹੋਇਆ ਉਹਦੇ ਪਾਸੋਂ ਸੁਣੋ। ਕਹਿੰਦੇ ਇੱਕ ਵਾਰ ਰਾਜੇ ਇੰਦਰ ਨੇ ਤਨ ਕੀ ਸੁਧ ਬੁੱਧ ਸਕਲ ਬਿਸਾਰੀ। ਗੌਤਮ ਰਿਸ਼ੀ ਦੀ ਘਰ ਵਾਲੀ ਸੀ ਅਹਿਲਿਆ। ਗੁਰਬਾਣੀ ਵਿੱਚ ਇਹਦਾ ਜ਼ਿਕਰ ਆਉਂਦਾ। ਗੌਤਮ ਰਿਸ਼ੀ ਦੀ ਘਰ ਵਾਲੀ ਅਹਿਲਿਆ ਜਿਸ ਨੂੰ ਵੇਖ ਕੇ ਇੰਦਰ ਲੁਭਾਏਮਾਨ ਹੋ ਗਿਆ। ਹਾਲਾਂਕਿ ਪਛਰਾਵਾਂ ਦਾ ਰਾਜਾ ਹੈ, ਉਹ ਸੁੰਦਰ ਸਰੂਪ ਪਛਰਾਵਾਂ ਇਹਦੇ ਪਾਸ ਨੇ, ਪਰ ਮਨੁੱਖ ਦਾ ਕਿਉਂਕਿ ਹੈ ਤਾਂ ਇਹ ਦੇਵ ਕੋਟੀ ਜਿਹੜੀ ਹੈ ਪੁੰਨ ਕਰਮਾਂ ਕਰਕੇ ਇੰਦਰ ਪਦਵੀ ਤੇ ਪਹੁੰਚਿਆ। ਗਿਆ ਤਾਂ ਇੱਥੋਂ ਹੀ ਆ ਨਾ, ਜਦੋਂ 100 ਯੱਗ ਕੀਤੇ ਅਸਵਮੇਧ ਤੇ ਇੰਦਰ ਪਦਵੀ ਨੂੰ ਪ੍ਰਾਪਤ ਹੋਇਆ। ਐਸੇ ਇੰਦਰ ਕਈ ਵਾਰੀ ਬਣਦੇ ਕਈ ਵਾਰੀ ਬਿਰਸਦੇ ਹੈ। ਤੋ ਉਸ ਵਕਤ ਕਹਿੰਦੇ ਗੌਤਮ ਦੀ ਨਾਰ ਨੂੰ ਇਸਤਰੀ ਨੂੰ ਅਹਿਲਿਆ ਨੂੰ ਵੇਖ ਕੇ ਇਹਨੇ ਮਨ ਦੇ ਵਿੱਚ ਵਿਵਚਾਰ ਦੀ ਬਿਰਤੀ ਪੈਦਾ ਕੀਤੀ। ਉਹਦਾ ਸਰੂਪ ਵੇਖ ਕੇ ਡੋਲਿਆ। ਦੋਹਰਾ ਦੀਪਤ ਦੀਪ ਦੁਤੀ ਬਪ ਪਿਖੀ ਬਾਸਵ ਪਇਓ ਪਤੰਗ। ਕਹਿੰਦੇ ਇਸ ਤਰ੍ਹਾਂ ਕਹਿ ਲਈਏ ਕਿ ਗੌਤਮ ਦੀ ਨਾਰ ਅਹਿਲਿਆ ਇੱਕ ਦੀਵੇ ਦੇ ਸਮਾਨ ਹੋ ਗਈ ਔਰ ਇਹ ਭਮੱਕੜ ਬਣ ਕੇ ਇੰਦਰ ਉਸ ਦੀਵੇ ਵਿੱਚ ਸੜ ਮਰਨ ਨੂੰ ਤਿਆਰ ਹੋਇਆ। ਉਹ ਦੀਵੇ ਦੀ ਲਾਟ ਵੇਖ ਕੇ ਜਿਵੇਂ ਪਤੰਗੇ ਨਹੀਂ ਜਾਂਦੇ ਭਮੱਕੜ ਤੇ ਸੜ ਮੁੰਦੇ ਐ, ਏਦਾਂ ਗੌਤਮ ਦੀ ਘਰ ਵਾਲੀ ਨੂੰ ਵੇਖ ਕੇ ਇੰਦਰ ਭਮੱਕੜ ਬਣ ਕੇ ਉਹਦੇ ਵਿੱਚ ਸੜ ਮੋਣ ਨੂੰ ਤਿਆਰ ਹੋਇਆ। ਕਾਮ ਸਿੰਘ ਗਰਜਨ ਕਰਾ ਧੀਰਜ ਪਇਓ ਕੁਰੰਗ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਇੰਦਰ ਦੇ ਹਿਰਦੇ ਵਿੱਚ ਕਾਮ ਰੂਪੀ ਸ਼ੇਰ ਨੇ ਦਹਾੜ ਕੀਤੀ, ਗਰਜਿਆ, ਔਰ ਇਹਦੇ ਅੰਦਰ ਦਾ ਜਿਹੜਾ ਧੀਰਜ ਸੀ ਉਹ ਹਿਰਨ ਬਣ ਕੇ ਦੌੜ ਗਿਆ।
ਵੇਖੋ ਕੈਸਾ ਸੁੰਦਰ ਅਲੰਕਾਰ ਮਹਾਕਵੀ ਜੀ ਬੰਨਦੇ ਐ। ਸ਼ੇਰ ਦੀ ਦਹਾੜ ਨਾਲ ਜਿਵੇਂ ਹਿਰਨ ਦੌੜ ਜਾਂਦੇ ਐ, ਕਹਿੰਦੇ ਕਾਮ ਰੂਪੀ ਸ਼ੇਰ ਦੀ ਦਹਾੜ ਜਦੋਂ ਹੋਈ ਨਾ ਇਹਦੇ ਅੰਦਰ, ਇੰਦਰ ਦੇ, ਇਹਦੇ ਹਿਰਦੇ ਦਾ ਜਿਹੜਾ ਧੀਰਜ ਰੂਪੀ ਹਿਰਨ ਸੀ ਉਹ ਦੌੜ ਗਿਆ, ਭੱਜ ਗਿਆ, ਧੀਰਜ ਨਾ ਰਿਹਾ ਇਹਦੇ ਅੰਦਰ। ਚੌਪਈ ਪਰਮ ਸਰੂਪ ਅਹਿਲਿਆ ਨਾਰੀ। ਗੌਤਮ ਨਾਰ ਉਮਾਪਤ ਸੁਆਮੀ, ਸੀਸ ਧਰਨ ਸਹਿਜ ਭਗ ਗਾਮੀ। ਪਾਤਸ਼ਾਹ ਦੇ ਬਚਨ ਨੇ। ਗੌਤਮ ਦੇ ਨਾਰ ਅਹਿਲਿਆ ਜੋ ਬਹੁਤ ਸੁੰਦਰ ਸਵਰੂਪ ਨਾਰੀ ਹੈ, ਮਨੋ ਨਿਪੁੰਨਤਾ ਦ੍ਰਹਨ ਦਿਖਾਰੀ। ਇਸ ਤਰ੍ਹਾਂ ਕਹਿ ਲਈਏ ਕਿ ਬ੍ਰਹਮਾ ਨੇ ਆਪਣੀ ਨਿਪੁੰਨਤਾ ਵਿਖਾਈ ਹੈ ਇਹਨੂੰ ਸਿਰਜ ਕੇ। ਜੈ ਬਿਲੋਕ ਸੁਰ ਨਰ ਪਰਮਾਏ। ਇਤਨੇ ਸੁੰਦਰ ਸਵਰੂਪ ਕਿ ਜਿਸ ਨੂੰ ਵੇਖ ਕੇ ਨਰ ਤਾਂ ਭਰਮਦੇ ਹੀ ਨੇ ਕਿ ਦੇਵਤੇ ਵੀ ਭਰਮ ਗਏ। ਜੋਗਨ ਜੋਗ ਹਿਰਦੇ ਬਿਸਰਾਏ। ਯੋਗੀਆਂ ਨੇ ਆਪਣੇ ਯੋਗ ਨੂੰ ਹਿਰਦੇ ਚੋਂ ਵਿਸਾਰ ਦਿੱਤਾ। ਮਗਵਾ ਬਦਿਓ ਨੇਹ ਤੈ ਡੋਰੀ। ਇਸੇ ਤਰ੍ਹਾਂ ਇੰਦਰ ਵੀ ਡੋਲ ਗਿਆ। ਮਗਵਾ ਕਹਿੰਦੇ ਨੇ ਇੰਦਰ ਨੂੰ। ਇੰਦਰ ਡੋਲ ਗਿਆ ਔਰ ਉਹਦੇ ਨੇਹ ਦੇ ਵਿੱਚ ਉਹਦੀ ਮਮਤਾ ਦੀ ਮੋਹ ਦੀ ਰੱਸੀ ਨਾਲ ਬੰਨਿਆ ਗਿਆ, ਉਹਦਾ ਮੁੱਲ ਖਰੀਦਿਆ, ਗੁਲਾਮ ਹੋ ਗਿਆ। ਕੀਓ ਚੈਤਰਤੀ ਗੌਤਮ ਚੇਰੀ। ਇੰਦਰ ਨੇ ਮਨ ਦੇ ਵਿੱਚ ਵਿਵਚਾਰ ਦੀ ਬਿਰਤੀ ਰੱਖ ਕੇ ਗੌਤਮ ਦੀ ਘਰ ਵਾਲੀ ਅਹਿਲਿਆ ਨਾਲ ਸੰਬੰਧ ਜੋੜਨੇ ਚਾਹੇ। ਰਿਓ ਦੇਖ ਅਵਸਰ ਨੈ ਪਾਵੇ। ਕਾਮੀ ਬੰਦੇ ਨੂੰ ਇਕਾਂਤ ਚਾਹੀਦਾ ਹੁੰਦਾ ਹੈ। ਯੋਗੀ ਨੂੰ ਭਜਨ ਕਰਨ ਵਾਸਤੇ ਵੀ ਇਕਾਂਤ ਚਾਹੀਦਾ, ਕਾਮੀ ਨੂੰ ਵੀ ਇਕਾਂਤ ਚਾਹੀਦਾ, ਉਹ ਵੀ ਇਕਾਂਤ ਭਾਲਦਾ ਹੈ। ਪਰ ਦੋਨਾਂ ਦਾ ਫਰਕ ਵੇਖੋ। ਰੱਬ ਦਾ ਪਿਆਰਾ ਇਕਾਂਤ ਭਾਲਦਾ ਕਿ ਮੈਂ ਪਰਮੇਸ਼ਰ ਨਾਲ ਜੁੜ ਕੇ ਆਪਣੇ ਵਿਕਾਰਾਂ ਤੇ ਫਤਿਹ ਪ੍ਰਾਪਤ ਕਰਨੀ ਹੈ, ਤੇ ਭੋਗੀ ਮਨੁੱਖ, ਕਾਮੀ ਮਨੁੱਖ ਇਕਾਂਤ ਭਾਲਦਾ ਕਿ ਮੈਂ ਨਰਕ ਦੇ ਵਿੱਚ ਜਾ ਕੇ ਆਪਣੇ ਹੱਥੀਂ ਆਪਣਾ ਨਰਕ ਦਾ ਦਰਵਾਜ਼ਾ ਖੋਲ੍ਹਣਾ, ਇਸ ਵਿਸ਼ੇ ਵਿਕਾਰ ਦੀ ਵਾਸ਼ਨਾ ਨੂੰ ਭੋਗ ਕੇ। ਉਸ ਵਕਤ ਇਹਨੇ ਵੀ ਮਨ 'ਚ ਸੋਚਿਆ, ਪਰ ਇਹਨੂੰ ਅਵਸਰ ਨਹੀਂ ਮਿਲਦਾ, ਇਕਾਂਤ ਨਹੀਂ ਮਿਲਦਾ, ਕਿਉਂਕਿ ਗੌਤਮ ਰਿਸ਼ੀ ਹਮੇਸ਼ਾ ਘਰ ਵਿੱਚ ਰਹਿੰਦਾ। ਚਿੱਤੇ ਉਪਾਏ ਮਿਲਿਆ ਕਿਉਂ ਜਾਵੇ। ਉਪਾਅ ਚਿਤ ਵਧੈ, ਆਪਣੇ ਸਲਾਹਕਾਰ ਬਣਾ ਲਏ। ਚੰਦਰਮਾ ਨੂੰ ਸੱਦ ਲਿਆ, ਉਹਨੂੰ ਵੀ ਆਪਣਾ ਸਲਾਹਕਾਰ ਬਣਾ ਕੇ ਸੱਦ ਲਿਆ ਵੀ ਤੂੰ ਵੀ ਮੇਰੀ ਮਦਦ ਕਰਨੀ ਹੈ। ਉਹਨਾਂ ਨਾਲ ਰਲ ਮਿਲ ਕੇ ਸਲਾਹਾਂ ਕਰਦਾ ਵੀ ਕਿਵੇਂ ਜਾਵਾਂ। ਮਿਲ ਮਿਅੰਕ ਸੰਗ ਘਾਤ ਵਿਚਾਰੀ। ਚੰਦਰਮਾ ਨਾਲ ਮਿਲ ਕੇ ਇਹਨੇ ਇੱਕ ਵਿਉਂਤਬੰਦੀ ਕੀਤੀ, ਇੱਕ ਤਰਕੀਬ ਅਪਣਾਈ। ਗਮਨੇ ਅਰਧ ਰਾਤਰੀ ਛਲ ਤਾਰੀ। ਅੱਧੀ ਰਾਤ ਦਾ ਵੇਲਾ ਸੀ, ਅੱਧੀ ਰਾਤ ਨੂੰ ਛਲ ਦੀ ਬਿਰਤੀ ਧਾਰਨ ਕਰਕੇ ਗਿਆ। ਅਰਨ ਚੂੜ ਕੋ ਤਨ ਸ਼ਸ਼ ਪਇਓ। ਜਿਹੜਾ ਚੰਦਰਮਾ ਸੀ ਉਹਨੇ ਕੁੱਕੜ ਦਾ ਰੂਪ ਧਾਰਨ ਕਰ ਲਿਆ। ਕੁੱਕੜ ਦਾ ਰੂਪ ਧਾਰਨ ਕਰਕੇ ਵੀ ਮੈਂ ਬਾਂਗ ਦਿਆਂਗਾ, ਤੇ ਗੌਤਮ ਰਿਸ਼ੀ ਸਮਝੇਗਾ ਵੀ ਅੰਮ੍ਰਿਤ ਵੇਲਾ ਹੋ ਗਿਆ ਤੇ ਇਸ਼ਨਾਨ ਕਰਨ ਚਲਾ ਜਾਏਗਾ। ਟਾਈਮ ਭਵੇਂ ਅੱਧੀ ਰਾਤ ਦਾ ਸੀ, ਉਸ ਵੇਲੇ ਤੂੰ ਆ ਜਾਵੀਂ, ਆਪਣੀ ਮਨਸਾ ਪੂਰੀ ਕਰ ਲਵੀਂ। ਤੋ ਇਸ ਪ੍ਰਕਾਰ ਨਾਲ ਚੰਦਰਮਾ ਨੂੰ ਆਪਣੇ ਨਾਲ ਮਿਲਾ ਕੇ ਉਹਨੂੰ ਕੁੱਕੜ ਦਾ ਰੂਪ ਧਾਰਨ ਕਰਵਾ ਕੇ ਲੈ ਆਇਆ। ਖਾਲਸਾ ਜੀ, ਇਹ ਪੁਰਾਣਕ ਕਥਾਵਾਂ ਹਨ, ਪੁਰਾਣਾਂ ਦੇ ਵਿੱਚ ਐਸੀਆਂ ਲਿਖੀਆਂ ਆਈਆਂ ਨੇ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਟੂਕ ਮਾਤਰ ਉਹਨਾਂ ਦੀਆਂ ਉਦਾਹਰਨਾਂ ਦੇ ਕੇ ਸਿਧਾਂਤ ਤੋਂ ਜਾਣਕਾਰੀ ਦੇਣੀ ਹੈ ਕਿ ਕਾਮ ਜੈਸੀਆਂ ਪ੍ਰਬਲ ਬਿਰਤੀਆਂ ਕਿਵੇਂ ਮਨੁੱਖ ਨੂੰ ਦੇਵਤੇ ਤੋਂ ਵੀ ਕਿਹੋ ਜਿਹੀ ਨੀਚ ਬਿਰਤੀ ਦਾ ਬਣਾ ਦਿੰਦੀਆਂ ਹਨ। ਸਿਧਾਂਤ ਸਮਝਣਾ ਹੈ। ਇਸ ਕਹਾਣੀ ਦੇ ਨਾਲ ਗੁਰਮਤ ਦਾ ਕੋਈ ਸੰਬੰਧ ਨਹੀਂ, ਕੇਵਲ ਪ੍ਰਮਾਣ ਵਜੋਂ ਵਰਤੀ ਹੈ, ਉਦਾਹਰਣ ਵਜੋਂ ਵਰਤੀ ਹੈ। ਉਦਾਹਰਣ ਵਜੋਂ ਤਾਂ ਵਰਤ ਰਹੇ ਨੇ ਵੀ ਕਿਵੇਂ ਪਾਪ ਕਰਮ ਕਰਕੇ ਉਹਨੂੰ ਵੀ ਦੁੱਖ ਭੋਗਣਾ ਪਿਆ। ਕਿੱਡੀ ਵੱਡੀ ਪਦਵੀ ਦਾ ਮਾਲਕ, ਸਵਰਗ ਦਾ ਰਾਜਾ ਹੈ। ਕਿਸੇ ਨੂੰ ਸੁਖੀ ਕਹਿਣਾ ਹੋਵੇ ਘਰ ਨੂੰ ਤੇ ਕਹਿੰਦੇ ਜੀ ਇਹ ਘਰ ਤਾਂ ਸਵਰਗ ਹੈ, ਤਾਂ ਬੰਦਾ ਸਵਰਗ 'ਚ ਵਸਦਾ ਹੈ। ਯਾਨੀ ਕਿ ਸਵਰਗ ਨੂੰ ਸੁੱਖ ਨਾਲ ਤਸਬੀਹ ਦਿੱਤੀ ਜਾਂਦੀ ਹੈ। ਉਹ ਜਿਹੜਾ ਸਵਰਗ ਦਾ ਰਾਜਾ ਸੀ ਇੰਦਰ, ਆਪਣੇ ਮਾੜੇ ਕਰਮ ਕਰਕੇ ਕਿਹੋ ਜਿਹੀ ਦਸ਼ਾ ਨੂੰ ਪ੍ਰਾਪਤ ਹੋਇਆ, ਗੱਲ ਇਹ ਇੱਥੇ ਸਮਝਣ ਯੋਗ ਹੈ। ਕਹਿੰਦੇ ਉਸ ਵਕਤ ਅਰਨ ਚੂੜ ਕੋ ਤਨ ਸ਼ਸ਼ ਭਇਓ। ਚੰਦਰਮਾ ਨੇ ਕੁੱਕੜ ਦਾ ਰੂਪ ਧਾਰਨ ਕਰ ਲਿਆ। ਜਾਏ ਸਮੀਪ ਸ਼ਬਦ ਨਿਜ ਕਹਿਓ। ਗੌਤਮ ਰਿਸ਼ੀ ਦਾ ਜਿੱਥੇ ਘਰ ਸੀ, ਆਸ਼ਰਮ ਸੀ, ਉੱਥੇ ਆ ਕੇ ਚੰਦਰਮਾ ਜਿਹੜਾ ਅਰਨ ਚੂੜ ਬਣ ਕੇ ਆਇਆ, ਉੱਚੀ ਆਵਾਜ਼ ਵਿੱਚ ਬਾਂਗ ਦਿੱਤੀ। ਗੌਤਮ ਲਖੀ ਭਈ ਅਬ ਪ੍ਰਾਤਾ। ਕੁੱਕੜ ਦੀ ਬਾਂਗ ਸੁਣ ਕੇ ਗੌਤਮ ਰਿਸ਼ੀ ਨੇ ਸੋਚਿਆ
ਕਿ ਹੁਣ ਕੁੱਕੜ ਨੇ ਬਾਂਗ ਦਿੱਤੀ ਆ ਵੀ ਉੱਠਣ ਦਾ ਵੇਲਾ ਹੈ। ਮੱਜਨ ਕਰਨ ਚਲਾ ਅੱਧੀ ਰਾਤਾ। ਉਹ ਰੋਜ਼ਾਨਾ ਗੰਗਾ ਦੇ ਉੱਤੇ ਜਾ ਕੇ ਇਸ਼ਨਾਨ ਕਰਦਾ ਸੀ, ਅੱਧੀ ਰਾਤ ਨੂੰ, ਅੱਗੇ ਅੰਮ੍ਰਿਤ ਵੇਲੇ ਜਾਂਦਾ ਸੀ, ਅੱਜ ਅੱਧੀ ਰਾਤ ਨੂੰ ਇਸ਼ਨਾਨ ਕਰਨ ਪਹਿਲਾਂ ਹੀ ਚਲਾ ਗਿਆ। ਸੁਨਾ ਸੀਰ ਲਖ ਸ਼ੂਨ ਨਿਸ਼ੰਕਾ। ਔਰ ਇਧਰ ਜਦੋਂ ਇੰਦਰ ਨੇ ਵੇਖਿਆ ਵੀ ਘਰ ਹੁਣ ਸੁੰਨਾ ਹੈ, ਗੌਤਮ ਨਹੀਂ ਹੈ, ਮਿਲਿਓ ਅਹਿਲਿਆ ਕੋ ਭਾਰੇ ਅੰਕਾ। ਉਸ ਵੇਲੇ ਪਾਪ ਕਰਮ ਵਿੱਚ ਰੱਤ ਰੱਖ ਕੇ ਵਿਭਚਾਰੀ ਹੋ ਕੇ ਪਰ ਇਸਤਰੀ ਗਮਨ ਕਰਨ ਵਾਸਤੇ ਮਨ ਦੇ ਵਿੱਚ ਇੱਛਾ ਰੱਖ ਕੇ ਅਹਿਲਿਆ ਨੂੰ ਮਿਲਿਆ। ਹਰਖਿਓ ਅਧਿਕ ਕੇਲ ਕਰ ਲੀਨੋ। ਔਰ ਆਪਣੇ ਸੰਬੰਧ ਕਾਇਮ ਕੀਤੇ ਮਲੇਸ਼ ਨੇ। ਗੌਤਮ ਕੋ ਸੁਧ ਸੁਰ ਸਰ ਦੀਨੀ। ਉਧਰ ਗੌਤਮ ਰਿਸ਼ੀ ਜਦੋਂ ਗੰਗਾ ਤੇ ਗਿਆ, ਇਸ਼ਨਾਨ ਕੀਤਾ, ਤੇ ਗੰਗਾ ਕਹਿਣ ਲੱਗੀ ਵੀ ਗੌਤਮ ਜੀ ਅੱਜ ਤੁਸੀਂ ਪਹਿਲੋਂ ਹੀ ਆ ਗਏ, ਅੱਜ ਤਾਂ ਹਾਲੇ ਅੰਮ੍ਰਿਤ ਵੇਲੇ ਦਾ ਸਮਾਂ ਨਹੀਂ ਹੋਇਆ। ਉਧਰੋਂ ਉਹਨਾਂ ਨੂੰ ਖਬਰ ਹੋਈ, ਹਟਿਓ ਤਾਂ ਤੇ ਰਿਸ ਬਹੁ ਕੀਨੀ। ਉਹਨੂੰ ਸਾਰੀ ਕਰਤੂਤ ਪਤਾ ਲੱਗੀ ਵੀ ਇਹ ਕਰਤੂਤ ਇੰਦਰ ਦੀ ਹੈ ਤੇ ਚੰਦਰਮਾ ਨੇ ਰਲ ਕੇ ਕਰਤੂਤ ਕੀਤੀ ਹੈ। ਕਹਿੰਦੇ ਵਾਪਸ ਆਇਆ ਬੜੇ ਰੋਸ ਦੇ ਵਿੱਚ, ਗੁੱਸੇ ਵਿੱਚ ਵਾਪਸ ਆਇਆ। ਸਤ ਮਨੂ ਅਵਲੋਕਿਓ ਜਬਈ। ਕਹਿੰਦੇ ਸਤ ਮਨੂ ਯਾਨੀ ਕਿ ਗੌਤਮ ਰਿਸ਼ੀ ਨੇ ਜਦੋਂ ਆ ਕੇ ਵੇਖਿਆ ਘਰ ਵਿੱਚ, ਕੋਪਿਕ ਰਿਖੀ ਸ਼ਰਾਪ ਦੀਏ ਤਬਈ। ਗੁੱਸੇ ਵਿੱਚ ਆ ਕੇ ਗੌਤਮ ਰਿਸ਼ੀ ਨੇ ਸ਼ਰਾਪ ਦਿੱਤਾ, ਹਿੱਲਿਆ ਨੂੰ ਆਖਿਆ ਤੂੰ ਪੱਥਰ ਬਣ ਕੇ ਪਈ ਜਾ, ਤੂੰ ਪੱਥਰ ਹੀ ਹੋ ਜਾ, ਸਿਲਾ ਹੀ ਹੋ ਜਾ। ਉਹ ਪੱਥਰ ਹੋ ਗਈ। ਔਰ ਇੰਦਰ ਨੂੰ ਸ਼ਰਾਪ ਦਿੱਤਾ, ਇੱਕ ਭੋਗ ਕਾਰਨ ਏਠਾਂ ਆਇਓ। ਕਹਿਣ ਲੱਗਾ ਇੱਕ ਭਗ ਕਾਰਨ ਤੂੰ ਇਸ ਜਗ੍ਹਾ ਤੇ ਆਇਆ, ਸਵਰਗਪੁਰੀ ਵਿੱਚੋਂ ਇੰਦਰ। ਨਹੀਂ ਰਿਖਨ ਤੇ ਨੈਕ ਡਰਾਇਓ। ਤੈਨੂੰ ਮੇਰੇ ਵਰਗੇ ਰਿਸ਼ੀਆਂ ਦਾ ਵੀ ਡਰ ਨਹੀਂ, ਮੇਰੇ ਜੈਸੇ ਰਿਸ਼ੀ ਦਾ ਵੀ ਤੈਨੂੰ ਭੈ ਨਹੀਂ। ਭਗ ਸਹੰਸਰ ਰੋਵੇ ਤਨ ਤੇਰੇ। ਇੱਕ ਭਗ ਕਾਰਨ ਆਇਆ, ਜਾ ਤੇਰੇ ਸਰੀਰ ਤੇ ਐਸੀਆਂ ਸੈਂਕੜੇ ਭਗਾਂ ਹੋ ਜਾਣ ਤੇ ਤੂੰ ਰੋਂਦਾ ਫਿਰੇ, ਕੁਰਲਾਉਂਦਾ ਫਿਰੇ, ਕਿਤੇ ਮੂੰਹ ਵਿਖਾਣ ਜੋਗਾ ਨਾ ਰਵੇਂ। ਏਦਾਂ ਸ਼ਰਾਪ ਦਿੱਤਾ ਗੌਤਮ ਰਿਸ਼ੀ ਨੇ। ਪਇਓ ਸਰਾਪ ਨ ਜਾਵੇਂ ਡੇਰੇ। ਹੁਣ ਜਦੋਂ ਸ਼ਰਾਪ ਹੋ ਗਿਆ, ਇੱਕਦਮ ਸਾਰਾ ਸਰੀਰ ਭਗਾਂ ਦੇ ਚਿੰਨ ਹੋ ਗਏ ਸਰੀਰ ਤੇ, ਸੈਂਕੜਿਆਂ ਦੀ ਗਿਣਤੀ 'ਚ ਚਿਹਰੇ ਤੇ, ਹੱਥਾਂ ਤੇ, ਪੈਰਾਂ ਤੇ, ਤਨ ਦਾ ਕੋਈ ਹਿੱਸਾ ਖਾਲੀ ਨਾ ਰਿਹਾ। ਸੋਚਦਾ ਵੀ ਹੁਣ ਮੈਂ ਕੀ ਮੂੰਹ ਲੈ ਕੇ ਜਾਵਾਂ ਵਾਪਸ, ਸਵਰਗਪੁਰੀ ਵਿੱਚ ਕਿਵੇਂ ਜਾਵਾਂ ਇਹੋ ਜੀ ਦਸ਼ਾ ਨੂੰ ਪ੍ਰਾਪਤ ਹੋ ਕੇ। ਰੋਇਆ ਫਿਰ ਉਸ ਵੇਲੇ ਆਪਣੀ ਮਾੜੀ ਭੈੜੀ ਕਰਤੂਤ ਕਰਕੇ। ਅਤ ਕਰੂਪ ਤੇ ਬਨਾ ਸਰੀਰਾ। ਔਰ ਸਾਰਾ ਸਰੀਰ ਬਿਲਕੁਲ ਕੋਝਾ ਤੇ ਕਰੂਪ ਹੋ ਗਿਆ। ਚੰਦਰਮਾ ਨੂੰ ਸ਼ਰਾਪ ਦਿੱਤਾ, ਤੂੰ ਇਹਦੇ ਪਾਪ 'ਚ ਸ਼ਮੂਲੀਅਤ ਕੀਤੀ ਹੈ, ਜਾਓ ਕਲੰਕੀਆ, ਤੂੰ ਸਦਾ ਕਲੰਕੀ ਬਣ ਕੇ ਰਵੇਂ। ਕਹਿੰਦੇ ਚੰਦਰਮਾ ਦੇ ਉੱਤੇ ਜਿਹੜਾ ਕਲੰਕ ਲੱਗਾ, ਪੁਰਾਣਕ ਮੱਤ ਹੈ, ਪੁਰਾਣਕ ਕਥਾ ਵਿੱਚ ਆਉਂਦਾ ਵੀ ਉਹ ਕਲੰਕ ਗੌਤਮ ਰਿਸ਼ੀ ਨੇ ਸ਼ਰਾਪ ਦੇ ਕੇ ਇਹਨੂੰ ਲਾਇਆ ਹੈ। ਉਹ ਸ਼ਰਾਪ ਇਹਨੂੰ ਲੱਗਾ, ਉਹਨੂੰ ਵੀ ਇਹ ਸ਼ਰਾਪ ਹੋ ਗਿਆ। ਗੌਤਮ ਰਿਸ਼ੀ ਦਾ ਸ਼ਰਾਪ ਹੈ, ਤਪਸਵੀ ਸੀ। ਇੱਕ ਸ਼ਾਸਤਰ ਹੈ, ਉਸ ਸ਼ਾਸਤਰ ਦਾ ਕਰਤਾ ਹੈ ਗੌਤਮ ਰਿਸ਼ੀ। 6 ਸ਼ਾਸਤਰਾਂ ਵਿੱਚੋਂ ਏਡਾ ਵੱਡਾ ਵਿਦਵਾਨ ਸੀ। 6 ਸ਼ਾਸਤਰਾਂ ਚੋਂ ਇੱਕ ਸ਼ਾਸਤਰ ਦਾ ਗੁਰੂ ਹੈ ਗੌਤਮ ਰਿਸ਼ੀ। ਇਸ ਤਰ੍ਹਾਂ ਸ਼ਰਾਪ ਦਿੱਤਾ ਤੇ ਇੰਦਰ ਉਸ ਵੇਲੇ ਕਰੂਪ ਹੋ ਗਿਆ, ਸਾਰਾ ਤਨ ਉਹਦਾ ਕੋਝਾ ਹੋ ਗਿਆ। ਜਸ ਅਗ ਤਸ ਫਲ ਪਾਏ ਅਧੀਰਾ। ਜਿਹੋ ਜਿਹਾ ਪਾਪ ਕੀਤਾ ਸੀ ਉਹੋ ਜਿਹਾ ਫਲ ਭੋਗਣਾ ਪਿਆ। ਸੁਰਗਾਦਿਕ ਕੀ ਤਜ ਰਾਜਧਾਨੀ। ਸਵਰਗ ਆਦਿਕ ਆਪਣੀ ਜਿਹੜੀ ਰਾਜਧਾਨੀ ਸੀ, ਰਾਜਾ ਸੀ, ਪਰ ਆਪਣੀ ਸਵਰਗ ਦੀ ਰਾਜਧਾਨੀ ਇਹਨੂੰ ਛੱਡਣੀ ਪਈ। ਅਨੀ ਸੁਰਨ ਕੀ ਯੁੱਤ ਸੈਨਾਨੀ। ਔਰ ਜਿੰਨੀ ਦੇਵਤਿਆਂ ਦੀ ਸੈਨਾ ਸੀ ਕਾਰਤਕੇਯ ਦੇ ਸਮੇਤ, ਉਹ ਸਾਰੀ ਛੱਡਣੀ ਪਈ। ਗਮਨਿਓ ਜੈ ਜਲ ਹੁਤੋ ਵਿਸਾਲਾ। ਕਹਿੰਦੇ ਵਿਸ਼ਾਲ ਪਾਣੀ ਸੀ, ਦੂਰ ਤੱਕ ਫੈਲਾਓ ਸੀ, ਤਲਾਬ ਸੀ। ਕਮਲ ਨਾਲ ਮੈਂ ਦੂਰ ਤਤਕਾਲਾ। ਉੱਥੇ ਕਮਲ ਦੀ ਨਾਲ ਵਿੱਚ ਇੱਕ ਛੋਟਾ ਜਿਹਾ ਆਕਾਰ ਬਣਾ ਕੇ ਉਹਦੇ ਵਿੱਚ ਲੁਕ ਰਿਹਾ ਵੀ ਮੈਨੂੰ ਕੋਈ ਵੇਖੇ ਨਾ। ਉਸ ਨਾਲ ਦੇ ਵਿੱਚ ਸਿਰਾਂ ਤਾਈਂ ਰੋਂਦਾ ਰਿਹਾ। ਇਹ ਸ਼ਰਾਪ ਕਰਕੇ ਸ਼ਰਾਪਤ ਰਿਹਾ। ਬਾਅਦ ਵਿੱਚ ਫਿਰ ਇਹਨੇ ਆਰਾਧਨਾ ਕੀਤੀ, ਉਸ ਸ਼ਰਾਪ ਤੋਂ ਮੁਕਤ ਹੋਇਆ। ਉਹ ਲੰਮੀ ਕਥਾ ਹੈ। ਪਰ ਆਪਣੇ ਮਾੜੇ ਭੈੜੇ ਕਰਮ ਕਰਕੇ ਉਹਨੂੰ ਇਸ ਦੁੱਖ ਕਰਕੇ ਦੁਖੀ ਹੋਣਾ ਪਿਆ, ਰੋਣਾ ਪਿਆ। ਇੰਦਰ ਦੀ ਪਦਵੀ ਤੋਂ ਖਾਰਜ ਹੋ ਕੇ ਕਮਲ ਦੀ ਨਾਲ ਵਿੱਚ ਲੁਕ ਕੇ ਰਹਿਣਾ ਪਿਆ। ਦੋਹਰਾ ਲੱਜਿਤ ਹੋਏ ਰੋਇਓ ਤਬੇ ਭਗ ਸਹੰਸਰ ਤਨ ਪਾਏ। ਲੱਜਤ ਹੋ ਕੇ ਰੋਇਆ, ਸ਼ਰਮਸਾਰ ਹੋ ਕੇ ਰੋਇਆ।
ਇਹ ਆਪਣੇ ਕਰਮ ਨੇ। ਕਰਮ ਕਰਮ ਫੀਟ ਸਰੀ, ਮਹਾਰਾਜ ਭਗਤ ਤਰਲੋਚਨ ਜੀ ਦੱਸਦੇ ਆ, ਇਹ ਕਰਮਾਂ ਦੀ ਖੇਡ ਹੈ ਸਾਰੀ। ਨਾਰਾਇਣ ਨੰਦ ਸਕਾਏ ਭੂਲੀ ਗਾਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ, ਉਹਦੇ ਚ ਕਿਤਨੇ ਪ੍ਰਮਾਣ ਦਿੱਤੇ ਹਨ। ਤੋ ਇਸ ਪ੍ਰਕਾਰ ਨਾਲ ਆਪਣੇ ਕੋਝੇ ਕਰਮ ਕਰਕੇ ਇਹਨੂੰ ਸ਼ਰਮਿੰਦਾ ਹੋਣਾ ਪਿਆ। ਸਰੀਰ ਤੇ ਅਨੇਕਾਂ ਹੀ ਚਿੰਨ੍ਹ ਤੇ ਨਿਸ਼ਾਨੀਆਂ ਹੋ ਗਈਆਂ। परशुराम की अब कथा दे सो तुम्हें सुनाए। ਇਹ ਤੇ ਸੀ ਇੰਦਰ ਦੀ ਕਥਾ, ਜਿਹੜੀ ਪਹਿਲੀ ਪੰਕਤੀ ਆਈ ਨਾ ਸਹੰਸਰਦਾਨ ਦੇ ਅੰਦਰ ਰਵਾਇਆ, ਉਹਦੀ ਵਿਆਖਿਆ। ਅੱਗੇ ਦੂਸਰੀ ਪੰਕਤੀ ਆ ਪਰਸ਼ੁਰਾਮ ਰੋਵੈ ਘਰ ਆਇਆ। ਮਹਾਰਾਜ ਜੀ ਕਹਿੰਦੇ ਹੁਣ ਪਰਸ਼ੁਰਾਮ ਦੀ ਵੀ ਸੁਣੋ, ਉਹ ਕਿਵੇਂ ਆਪਣੇ ਘਰ ਆ ਕੇ ਰੋਇਆ। ਹਾਂਜੀ। चौपाई सहस्र बाऊ पूपत एक पयो। ਇੱਕ ਰਾਜਾ ਸੀ, ਉਸ ਰਾਜੇ ਦਾ ਨਾਮ ਸੀ ਸਹੰਸਰ ਬਾਹੂ। 1000 ਬਾਹਾਂ ਵਾਲਾ ਰਾਜਾ ਸੀ, ਬੜਾ ਬਲੀ ਰਾਜਾ ਸੀ। ਸਹੰਸਰ ਬਾਹੂ ਉਹਦਾ ਨਾਮ ਹੈ। ਸਰਬ ਦਿਗ ਵਿਜੇ ਜੈ ਚਿਤ ਕਯੋ। ਏਡਾ ਵੱਡਾ ਰਾਜਾ ਸੀ ਕਿ ਸਹੰਸਰ ਬਾਹੂ ਨੇ ਸਾਰੀਆਂ ਦਿਸ਼ਾਵਾਂ ਜਿੱਤ ਲੀਆਂ ਆਲੇ ਦੁਆਲੇ ਦੀਆਂ। ਦਿਗ ਵਿਜੇ ਹੋ ਗਿਆ। ਰਿਖੀ ਜਮਦਗਮ ਸ਼ਰਮ ਇੱਕ ਕਾਲਾ। ਇੱਕ ਰਿਸ਼ੀ ਸੀ, ਉਸ ਰਿਸ਼ੀ ਦਾ ਨਾਮ ਸੀ ਜਮਦਗਨ ਰਿਸ਼ੀ।